Good morning, dear students. बेटे ਅੱਜ ਸਾਡੀਆਂ ਕੁਝ ਟਰਮਸ ਜਿਹੜੀਆਂ ਕਿ ਚੈਪਟਰ ਦੇ ਵਿੱਚ ਨਹੀਂ ਹਨ ਪਰ ਉਹ ਸਮਝਣੀਆਂ ਬੜੀ ਜ਼ਰੂਰੀ ਹਨ। ਉਹ ਟਰਮਸ ਅਸੀਂ ਇੱਥੇ ਅੱਜ ਐਕਸਪਲੇਨ ਕਰਾਂਗੇ। ਫਸਟ ਟਰਮ ਹੈ ਜਿਹੜੀ ਰਿਜਿਡਿਟੀ। ਰਿਜਿਡਿਟੀ ਕੀ ਹੈ? ਬਹੁਤ ਧਿਆਨ ਨਾਲ ਸਾਰੇ ਸਟੂਡੈਂਟਸ ਨੇ ਇਸ ਨੂੰ ਸਮਝਣਾ ਹੈ। ਕਿਸੇ ਵੀ ਮੈਟਲ ਦਾ ਉਹ ਗੁਣ ਜਿਸ ਕਰਕੇ ਉਸ ਦੀ ਜਿਹੜੀ ਸ਼ੇਪ ਹੈ ਉਹ ਬਣੀ ਰਹਿੰਦੀ ਹੈ। ਜਿਸ ਤਰ੍ਹਾਂ ਇੱਕ ਰਬਰ ਬੈਂਡ ਹੈ, ਉਸ ਨੂੰ ਜੇਕਰ ਅਸੀਂ ਕੋਈ ਫੋਰਸ ਲਾਈਏ ਤਾਂ ਉਹ ਵੱਧ ਜਾਂਦੀ ਹੈ, ਮਤਲਬ ਕਿ ਉਸ ਦੀ ਸ਼ੇਪ ਚੇਂਜ ਹੋ ਜਾਂਦੀ ਹੈ। ਅਤੇ ਕੁਝ ਸੋਲਿਡਜ਼ ਇਹੋ ਜਿਹੇ ਹਨ ਜਿਨ੍ਹਾਂ 'ਤੇ ਜੇ ਅਸੀਂ ਫੋਰਸ ਲਾਈਏ ਤਾਂ ਉਹਨਾਂ ਦੀ ਸ਼ੇਪ ਚੇਂਜ ਨਹੀਂ ਹੁੰਦੀ। ਸੋਲਿਡ ਦੀ ਗੱਲ ਕਰਦੇ ਹਾਂ, ਜਿਵੇਂ ਸਟੋਨ ਦੇ ਉੱਤੇ ਅਸੀਂ ਜਦੋਂ ਫੋਰਸ ਲਾਉਂਦੇ ਹਾਂ ਤਾਂ ਉਸ ਦੀ ਸ਼ੇਪ ਚੇਂਜ ਨਹੀਂ ਹੁੰਦੀ। ਸੋ ਇਹ ਜਿਸ ਗੁਣ ਕਰਕੇ, ਜਿਹੜੀ ਪ੍ਰੋਪਰਟੀ ਕਰਕੇ ਉਸ ਦੀ ਸ਼ੇਪ ਨਹੀਂ ਚੇਂਜ ਹੁੰਦੀ, ਉਹ ਆਪਣੀ ਸ਼ੇਪ ਨੂੰ ਬਣਾਈ ਰੱਖਦਾ ਹੈ, ਉਸ ਪ੍ਰੋਪਰਟੀ ਨੂੰ ਕਹਿੰਦੇ ਹਨ ਰਿਜਿਡਿਟੀ। ਉਸ ਪ੍ਰੋਪਰਟੀ ਨੂੰ ਕਿਹਾ ਜਾਂਦਾ ਹੈ ਰਿਜਿਡਿਟੀ। ਅਤੇ ਇਸ ਦੀ ਡੈਫੀਨੇਸ਼ਨ ਨੂੰ ਅਸੀਂ ਪੜ੍ਹਾਂਗੇ। ਰਿਜਿਡਿਟੀ ਇਟ ਇਜ਼ ਦੀ ਪ੍ਰੋਪਰਟੀ, ਇਹ ਉਹ ਗੁਣ ਹੈ ਬਾਏ ਵਰਚੂ ਆਫ ਵਿਚ, ਜਿਸ ਦੇ ਕਾਰਨ ਇਹ ਸਬਸਟਾਂਸ ਕੈਨ ਰਿਟੇਨ, ਇੱਕ ਸਬਸਟਾਂਸ ਬਣਾਈ ਰੱਖਦਾ ਹੈ ਇਟਸ ਸ਼ੇਪ, ਆਪਣੀ ਸ਼ੇਪ। ਉਹ ਗੁਣ ਜਿਸ ਕਾਰਨ ਕੋਈ ਸੋਲਿਡ ਸਬਸਟਾਂਸ ਆਪਣੀ ਸ਼ੇਪ ਬਣਾਈ ਰੱਖਦਾ ਹੈ। ਕਦੋਂ? ਵੈਨ ਏ ਫੋਰਸ ਇਜ਼ ਅਪਲਾਈਡ ਟੂ ਇਟ, ਜਦੋਂ ਇਸ ਦੇ ਉੱਤੇ ਕੋਈ ਵੀ ਅਸੀਂ ਫੋਰਸ ਲਾਉਂਦੇ ਹਾਂ ਤਾਂ ਉਸ ਨੂੰ ਬਣਾਈ ਰੱਖਦਾ ਹੈ। ਸੋਲਿਡ ਪੋਜੈਸਿਸ ਦੀ ਪ੍ਰੋਪਰਟੀ ਆਫ ਰਿਜਿਡਿਟੀ। ਇਹ ਪ੍ਰੋਪਰਟੀ ਕਿਹਨਾਂ ਦੇ ਵਿੱਚ ਹੈ? ਸੋਲਿਡ ਦੇ ਵਿੱਚ। ਇਹ ਪ੍ਰੋਪਰਟੀ ਲਿਕੁਇਡ ਅਤੇ ਗੈਸ ਦੇ ਵਿੱਚ ਨਹੀਂ ਹੁੰਦੀ। ਕਿਉਂ? ਕਿਉਂਕਿ ਸੋਲਿਡ ਦੀ ਸ਼ੇਪ ਹੈ ਜਿਹੜੀ ਉਹ ਆਪਣੀ ਸ਼ੇਪ ਨੂੰ ਬਣਾਈ ਰੱਖਦਾ ਹੈ। ਲਿਕੁਇਡ ਪਹਿਲਾਂ ਵੀ ਆਪਾਂ ਪੜ੍ਹਿਆ ਹੈ, ਜਿਸ ਬਰਤਨ ਦੇ ਵਿੱਚ ਉਸ ਨੂੰ ਪਾਵਾਂਗੇ ਉਸ ਦੀ ਸ਼ੇਪ ਉਹੀ ਹੋ ਜਾਵੇਗੀ। ਗਲਾਸ ਵਿੱਚ ਪਾਵਾਂਗੇ ਗਲਾਸ ਵਰਗੀ ਸ਼ੇਪ ਹੋ ਜਾਣੀ ਹੈ, ਅਤੇ ਬਾਊਲ ਦੇ ਵਿੱਚ ਪਾਵਾਂਗੇ ਤਾਂ ਲਿਕੁਇਡ ਦੀ ਸ਼ੇਪ ਬਾਊਲ ਵਰਗੀ ਹੋ ਜਾਣੀ ਹੈ। ਸੋਲਿਡ ਦੀ ਸ਼ੇਪ ਨਹੀਂ ਚੇਂਜ ਹੁੰਦੀ। ਕਿਉਂ ਨਹੀਂ ਚੇਂਜ ਹੁੰਦੀ? ਉਸ ਦੇ ਵਿੱਚ ਇੱਕ ਗੁਣ ਹੈ, ਦੈਟ ਇਜ਼ ਕਾਲਡ ਰਿਜਿਡਿਟੀ। ਉਸ ਦੇ ਵਿੱਚ ਇੱਕ ਪ੍ਰੋਪਰਟੀ ਹੈ ਜਿਸ ਨੂੰ ਰਿਜਿਡਿਟੀ ਕਹਿੰਦੇ ਨੇ, ਕਠੋਰਤਾ। ਦੁਬਾਰਾ ਫਿਰ ਐਕਸਪਲੇਨ ਕਰਦੇ ਹਾਂ। ਰਿਜਿਡਿਟੀ ਕੀ ਹੁੰਦੀ ਹੈ? ਇਟ ਇਜ਼ ਦੀ ਪ੍ਰੋਪਰਟੀ ਬਾਏ ਵਰਚੂ ਆਫ ਵਿਚ ਏ ਸਬਸਟਾਂਸ ਕੈਨ ਰਿਟੇਨ ਇਟਸ ਸ਼ੇਪ। ਇਹ ਸਬਸਟਾਂਸ ਦਾ ਉਹ ਗੁਣ ਹੈ ਜਿਸ ਕਰਕੇ ਉਹ ਆਪਣੀ ਸ਼ੇਪ ਨੂੰ ਬਣਾਈ ਰੱਖਦਾ ਹੈ। ਕਦੋਂ? ਵੈਨ ਏ ਫੋਰਸ ਇਜ਼ ਅਪਲਾਈਡ ਟੂ ਇਟ, ਜੇਕਰ ਇਸ 'ਤੇ ਅਸੀਂ ਕੋਈ ਬਾਹਰੋਂ ਫੋਰਸ ਵੀ ਲਾ ਦਈਏ। ਸੋਲਿਡ ਪੋਜੈਸਿਸ ਦੀ ਪ੍ਰੋਪਰਟੀ ਆਫ ਰਿਜਿਡਿਟੀ। ਸੋਲਿਡ ਦੇ ਵਿੱਚ ਇਹ ਪ੍ਰੋਪਰਟੀ ਹੁੰਦੀ ਹੈ। ਲਿਕੁਇਡ ਅਤੇ ਗੈਸ ਦੇ ਵਿੱਚ ਰਿਜਿਡਿਟੀ ਪ੍ਰੋਪਰਟੀ ਨਹੀਂ ਹੁੰਦੀ। ਪੱਥਰ 'ਤੇ ਅਸੀਂ ਫੋਰਸ ਲਾਈਏ ਤਾਂ ਉਸ ਦੀ ਸ਼ੇਪ ਚੇਂਜ ਨਹੀਂ ਹੋਊਗੀ। ਜਿਨ੍ਹਾਂ ਦੀ ਸ਼ੇਪ ਚੇਂਜ ਹੋ ਜਾਂਦੀ ਹੈ ਸੋਲਿਡ ਦੀ, ਜਿਵੇਂ ਕਿ ਰਬਰ ਬੈਂਡ ਦੀ ਹੋ ਜਾਂਦੀ ਹੈ, ਸਪਰਿੰਗ ਦੀ ਹੋ ਜਾਂਦੀ ਹੈ, ਅਤੇ ਫਿਰ ਆਪਣੀ ਸ਼ੇਪ 'ਤੇ ਦੁਬਾਰਾ ਆ ਜਾਂਦੇ ਹਨ, ਉਸ ਪ੍ਰੋਪਰਟੀ ਨੂੰ ਉਹ ਇੱਥੇ ਐਕਸਪਲੇਨ ਨਹੀਂ ਕੀਤੀ ਗਈ। ਉਸ ਨੂੰ ਕਹਿੰਦੇ ਹਨ ਇਲਾਸਟਿਸਿਟੀ। ਇਲਾਸਟਿਸਿਟੀ। ਅਤੇ ਨੈਕਸਟ ਬੇਟੇ ਸੈਕਿੰਡ ਪ੍ਰੋਪਰਟੀ ਕੰਪਰੈਸਿਬਿਲਿਟੀ। ਕੰਪਰੈਸਿਬਿਲਿਟੀ ਉਹ ਪ੍ਰੋਪਰਟੀ ਹੈ ਦੀ ਪ੍ਰੋਪਰਟੀ ਬਾਏ ਵਰਚੂ ਆਫ ਵਿਚ, ਜਿਸ ਦੇ ਕਾਰਨ
the volume of a substance can be decreased by applying force or pressure on it, ਜਿਹਦੇ ਕਰਕੇ ਜੇ ਅਸੀਂ ਬਾਹਰੋਂ ਫੋਰਸ ਜਾਂ ਪ੍ਰੈਸ਼ਰ ਲਾਈਏ ਤਾਂ ਉਸ ਦਾ ਵੋਲੀਅਮ ਘਟ ਜਾਂਦਾ ਹੈ। ਗੈਸਿਸ ਹੈਵ ਹਾਈ ਕੰਪਰੈਸਿਬਿਲਟੀ, ਗੈਸਿਸ ਦੇ ਵਿੱਚ ਬਹੁਤ ਕੰਪਰੈਸਿਬਿਲਟੀ ਹੁੰਦੀ ਹੈ। ਜਿਵੇਂ ਕਿ ਇੱਕ ਕਮਰੇ ਦੇ ਵਿੱਚ ਕਹਿ ਲਓ ਗੈਸ ਹੈ, ਉਸ ਨੂੰ ਅਸੀਂ ਕੰਪਰੈਸ ਕਰਕੇ ਇੱਕ ਸਿਲੰਡਰ ਵਿੱਚ ਵੀ ਭਰ ਸਕਦੇ ਹਾਂ। ਕੰਪਰੈਸਿਬਿਲਟੀ ਦੀ ਪ੍ਰੋਪਰਟੀ ਕਿਹਦੇ ਵਿੱਚ ਹੈ? ਗੈਸ ਦੇ ਵਿੱਚ। ਕਿਉਂ ਹੁੰਦੀ ਹੈ? because of large vacant space between the molecules of a gas, ਕਿਉਂਕਿ ਗੈਸ ਪਾਰਟੀਕਲਸ ਦੇ ਵਿੱਚ, ਗੈਸ ਦੇ ਮੋਲੀਕਿਊਲਸ ਦੇ ਵਿੱਚ ਬਹੁਤ ਜ਼ਿਆਦਾ ਸਪੇਸ ਹੁੰਦੀ ਹੈ, ਇਸ ਲਈ ਉਸ ਨੂੰ ਕੰਪਰੈਸ ਕਰ ਸਕਦੇ ਹਾਂ। ਸੋਲਿਡ ਨੂੰ ਕੰਪਰੈਸ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕਿਉਂਕਿ ਉਸ ਦੀ ਰਿਜਿਡਿਟੀ ਜ਼ਿਆਦਾ ਹੈ। ਉਸ ਦੇ ਪਾਰਟੀਕਲਸ ਦੇ ਵਿੱਚ, ਮੋਲੀਕਿਊਲਸ ਦੇ ਵਿੱਚ ਜਿਹੜੀ ਸਪੇਸ ਹੈ ਉਹ ਬਹੁਤ ਘੱਟ ਹੁੰਦੀ ਹੈ। ਇਸ ਲਈ ਸੋਲਿਡ ਨੇ ਜਿਹੜੇ ਉਹ ਕੰਪਰੈਸੀਬਲ ਨਹੀਂ ਹੁੰਦੇ ਅਤੇ ਲਿਕੁਇਡ ਵੀ ਕੰਪਰੈਸੀਬਲ ਨਹੀਂ ਹੁੰਦੇ। ਗੈਸਿਜ ਨੇ ਜਿਹੜੀਆਂ ਇਹ ਕੰਪਰੈਸੀਬਲ ਹੁੰਦੀਆਂ ਨੇ। ਉਹ ਗੁਣ ਜਿਸ ਕਰਕੇ ਅਸੀਂ ਕਿਸੇ ਸਬਸਟਾਂਸ ਨੂੰ ਪ੍ਰੈਸ਼ਰ ਲਾ ਕੇ ਕੰਪਰੈਸ ਕਰ ਸਕਦੇ ਹਾਂ, ਉਸ ਨੂੰ ਕਿਹਾ ਜਾਂਦਾ ਹੈ ਕੰਪਰੈਸਿਬਿਲਟੀ। ਇਹ ਦੋ ਪ੍ਰੋਪਰਟੀਜ਼ ਵਿੱਚ ਤੁਸੀਂ ਅੱਜ ਸੁਣਨੀਆਂ ਹਨ ਅਤੇ ਯਾਦ ਕਰਨੀਆਂ ਹਨ, ਅਤੇ ਅਗਲੀਆਂ ਜਿਹੜੀਆਂ ਪ੍ਰੋਪਰਟੀਜ਼ ਹਨ ਉਹ ਨੈਕਸਟ ਲੈਕਚਰ ਦੇ ਵਿੱਚ ਐਕਸਪਲੇਨ ਕਰ ਦਿੱਤੀਆਂ ਜਾਣਗੀਆਂ। ਅੱਜ ਤੁਸੀਂ ਦੋ ਕਰਨੀਆਂ ਹਨ, ਰਿਜਿਡਿਟੀ ਐਂਡ ਕੰਪਰੈਸਿਬਿਲਟੀ। ਓਕੇ ਬੇਟੇ, ਥੈਂਕ ਯੂ, ਹੈਵ ਅ ਨਾਈਸ ਡੇ।